ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਬਾਬਾ ਜੀ ਹਰਨਾਮ ਸਿੰਘ ਜੀ ਮਹਾਰਾਜ। ਬਾਬਾ ਜੀ ਦੇ ਜੀਵਨ ਤੋਂ ਅਸੀਂ ਬਹੁਤ ਸਾਰੀ ਸੇਧ ਲੈਣੀ ਹੈ। ਬਾਬਾ ਜੀ ਦੀ ਜੀਵਨ ਬਾਰੇ ਜਾਣ ਕੇ ਅਸੀਂ ਨਾਮ ਦੇ ਰਸਤੇ 'ਤੇ ਤੁਰਨਾ ਹੈ। ਬਾਬਾ ਜੀ ਬਹੁਤ ਜਗ੍ਹਾ 'ਤੇ ਭਟਕ ਕੇ ਮਨ ਵਿੱਚ ਨਿਰਾਸ਼ਾ ਪੈਦਾ ਹੋ ਗਈ। ਤਦ ਆਪ ਜੀ ਦਾ ਮਨ ਅਤ ਬੈਰਾਗ ਵਿੱਚ ਹੋ ਗਿਆ। 2-3 ਦਿਨ ਇਸੇ ਹਾਲਤ ਵਿੱਚ ਲੰਘ ਗਏ। ਆਖਿਰ ਇੱਕ ਦਿਨ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਗਏ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ਮਾਨ ਸਨ। ਆਪ ਜੀ ਨੇ ਅਤ ਬੈਰਾਗ ਵਿੱਚ ਅਰਦਾਸ ਕੀਤੀ, ਕਿਉਂਕਿ ਜਦੋਂ ਕੋਈ ਵੀ ਗੁਰਸਿੱਖ ਆਮ ਆਦਮੀ ਹੋਵੇ, ਭਾਵੇਂ ਜਦੋਂ ਮਹਾਰਾਜ ਦੇ ਹਜ਼ੂਰ ਵਿੱਚ ਇੱਕ ਮਨ ਇੱਕ ਚੁੱਤ ਹੋ ਕੇ ਅਰਦਾਸ ਕਰਦਾ ਹੈ ਤਾਂ ਸਤਿਗੁਰ ਅਰਦਾਸ ਜ਼ਰੂਰ ਕਬੂਲ ਕਰਦੇ ਹਨ। ਆਪ ਜੀ ਨੇ ਗੁਰੂ ਮਹਾਰਾਜ ਜੀ ਨੂੰ ਸੰਬੋਧਨ ਕਰਕੇ ਕਿਹਾ, ਬੇਨਤੀ ਕੀਤੀ, ਸਤਿਗੁਰ ਜੀ ਹੁਣ ਮੈਂ ਸਾਰੇ ਆਸਰੇ ਛੱਡ ਕੇ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ। ਆਪ ਜੀ ਦੀ ਹੀ ਸ਼ਰਨ ਗ੍ਰਹਿਣ ਕੀਤੀ ਹੈ। ਮੇਰੇ 'ਤੇ ਕਿਰਪਾ ਕਰੋ, ਆਪਣੇ ਸਰੂਪ ਵਿੱਚ ਅਭੇਦਤਾ ਬਖਸ਼ਿਸ਼ ਕਰੋ ਜੀ। ਹੁਣ ਮੈਂ ਆਪ ਜੀ ਦਾ ਦਰ ਛੱਡ ਕੇ ਕਿਸੇ ਹੋਰ ਦਰ ਨਹੀਂ ਜਾਣਾ, ਕਿਸੇ ਦੇ ਅੱਗੇ ਹੱਥ ਨਹੀਂ ਅੱਡਣੇ। ਬਾਬਾ ਜੀ ਆਪ ਦੱਸਦੇ ਸਨ ਕਿ ਪਤਾ ਨਹੀਂ ਕਿੰਨਾ ਕੁ ਸਮਾਂ ਕਿਸੇ ਬੈਰਾਗ ਤੇ ਪ੍ਰੇਮ ਵਿੱਚ ਮੈਂ ਸਤਿਗੁਰਾਂ ਦੇ ਚਰਨਾਂ ਵਿੱਚ ਜੋਦੜੀ ਕਰਦਾ ਰਿਹਾ। ਇਸੇ ਅਰਦਾਸ ਦੇ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਇੱਕ ਆਵਾਜ਼ ਸੁਣਾਈ ਦਿੱਤੀ, ਜਿਸ ਆਵਾਜ਼ ਦੇ ਬੋਲ ਸਨ, ਹਰਨਾਮ ਸਿੰਘ ਅੰਮ੍ਰਿਤ ਛਕ ਗੁਰੂ ਵਾਲਾ ਬਣ, ਫਿਰ ਤੈਨੂੰ ਇਹ ਅਵਸਥਾ ਪ੍ਰਾਪਤ ਹੋ ਜਾਵੇਗੀ। ਉਦਾਸ ਨਾ ਹੋ। ਬਸ ਫਿਰ ਕੀ ਸੀ, ਗੁਰੂ ਮਿਲਾਪ ਦੀ ਤੜਫ ਵਾਲੇ ਜੀਵਨ ਨੂੰ ਸੇਧ ਮਿਲ ਗਈ। ਕੁਝ ਹੀ ਦਿਨਾਂ ਬਾਅਦ ਆਪ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਪੁੱਜ ਗਏ। ਆਪ ਜੀ ਨੇ ਉੱਥੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ ਗੁਰਸਿੱਖ ਮੀਤ ਚਲਹਿ ਗੁਰ ਚਾਲੀ ਦੀ ਧਾਰਨੀ ਰਹਿਤ ਕਰ ਲਈ। ਹੁਣ ਮਨ ਵਿੱਚ ਹਰ ਵੇਲੇ ਪ੍ਰਭੂ ਮਿਲਾਪ ਲਈ ਤਾਂਘ ਤੇ ਉਤਸ਼ਾਹ ਬਣਿਆ ਰਹਿੰਦਾ ਸੀ। ਆਪ ਜੀ ਤੜਕੇ ਉੱਠ ਇਸ਼ਨਾਨ ਸੋਧ ਕੇ ਨਿਤਨੇਮ ਕਰਦੇ ਉਪਰੰਤ ਸੰਸਾਰਿਕ ਜ਼ਿੰਮੇਵਾਰੀ ਤੋਂ ਜੋ ਭਰਾਵਾਂ ਵੱਲੋਂ ਲਗਾਈ ਜਾਂਦੀ ਸੀ ਉਹ ਪੂਰੀ ਕਰਕੇ, ਕਿਉਂਕਿ ਆਪ ਜੀ ਦੀ ਉਮਰ ਹਜੇ 10 ਕੁ ਸਾਲ ਦੀ ਹੀ ਸੀ ਕਿ ਆਪ ਜੀ ਦੇ ਪਿਤਾ ਜੀ ਪ੍ਰਭੂ ਨੂੰ ਪਿਆਰੇ ਹੋ ਗਏ। ਕੰਮ ਕਾਰ ਕਰਦੇ ਵੀ ਮੂਲ ਮੰਤਰ ਦਾ ਜਾਪ ਨਾ ਵਿਸਾਰੀਏ। ਜੇ ਕਿਤੇ ਮੂਲ ਮੰਤਰ ਦੇ ਜਾਪ ਵੱਲੋਂ ਢਿੱਲ ਪੈ ਜਾਂਦੀ ਤਾਂ ਗੁਰਮੰਤਰ ਦਾ ਪੱਲਾ ਫੜ ਲੈਂਦੇ। ਬਸ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਇਕੱਲੇ ਇਕੱਲੇ ਸਵਾਸ ਨੂੰ ਨਾਮ ਸਿਮਰਨ ਬਾਣੀ ਦੁਆਰਾ ਸਫਲ ਕਰਨ ਦਾ ਯਤਨ ਕਰਦੇ, ਹਰ ਸਮੇਂ ਆਪਣੇ ਮਾਲਕ ਨੂੰ ਮਿਲਣ ਦੀ ਤਾਂਘ ਵਿੱਚ ਬਿਰਹੋਂ ਕੁੱਠੀ ਵਿਜੋਗਣ ਵਾਂਗ ਸਮਾਂ ਬਤੀਤ ਕਰਦੇ, ਪ੍ਰਭੂ ਵਿਛੋੜੇ ਦੀ ਪੀੜਾ ਨੂੰ ਹਿਰਦੇ ਵਿੱਚ ਨੱਪ ਕੇ ਹਰ ਸਮੇਂ ਅਰਦਾਸ ਕਰਿਆ ਕਰਦੇ, ਹੇ ਮਾਲਿਕ ਹੁਣ ਤਾਂ ਗੁਰਦੇਵ ਜੀ ਆਪ ਜੀ ਦੇ ਵਿਛੋੜੇ ਦੀ ਪੀੜਾ ਜੰਬੂਰਾਂ ਦੇ ਤਸੀਹੇ ਝੱਲਣ ਤੋਂ ਵੀ ਜ਼ਿਆਦਾ ਔਖੀ ਹੈ। ਮਿਹਰ ਦੇ ਸਾਈਂ ਮੈਨੂੰ ਆਪਣੇ ਆਪ ਜੀ ਦਾ ਮਿਲਾਪ ਹੋ ਜਾਵੇ ਤਾਂ ਸੱਚਮੁੱਚ ਇਹ ਸਾਰੇ ਦੁੱਖ ਸੁੱਖ ਵਿੱਚ ਪਰਤ ਆਉਣਗੇ। ਸੋ ਦਾਤਾ ਜੀ ਕਿਰਪਾ ਕਰੋ, ਆਪ ਜੀ ਇਸ ਭਾਵ ਦੇ ਆਸ ਵਿੱਚ ਸਮਾਂ ਬਤੀਤ ਕਰਦੇ। ਬਾਬਾ ਜੀ ਦੱਸਦੇ ਸਨ ਕਿ ਜਦੋਂ ਆਪ ਉਦਾਸੀ ਸਾਧੂ ਦੀ ਸੇਵਾ ਕਰਦੇ ਸਨ ਤਦ ਉਹਨਾਂ ਨੇ ਸੁਤੇ ਸਿੱਧ ਵਚਨ ਕੀਤਾ ਕਿ ਜਦੋਂ ਮਨੁੱਖ ਜਵਾਨੀ ਵਿੱਚ ਪੈਰ ਧਰੇ ਤਾਂ ਉਸ ਨੂੰ ਆਪਣੀ ਨਿਗਾਹ ਨੀਵੀਂ ਕਰ ਲੈਣੀ ਚਾਹੀਦੀ ਹੈ। ਜੋ ਆਪਣੀ ਦ੍ਰਿਸ਼ਟੀ ਨੂੰ ਨੀਵਾ ਨਹੀਂ ਕਰਦਾ ਕਿਸੇ ਨਾ ਕਿਸੇ ਸਮੇਂ ਧੋਖਾ ਖਾ ਜਾਂਦਾ ਹੈ। ਸੰਤਾਂ ਦੇ ਇਹ ਵਚਨ ਮਨ ਵਿੱਚ ਘਰ ਕਰ ਗਏ। ਜਦੋਂ ਆਪ ਵਾਪਸ ਘਰ ਜਾ ਰਹੇ ਸਨ ਤਦ ਸਾਹਮਣੇ ਗਲੀ ਦੇ ਮੋੜ 'ਤੇ ਇੱਕ ਬੀਬੀ ਆ ਰਹੀ ਸੀ। ਉਸਨੇ ਆਪ ਜੀ ਵੱਲ ਤੱਕ ਕੇ ਘੁੰਡ ਕੱਢ ਲਿਆ। ਆਪ ਜੀ ਨੇ ਮਨ ਵਿੱਚ ਸੋਚਿਆ ਕਿ ਮੈਂ ਹੁਣ ਵੱਡਾ ਹੋ ਗਿਆ ਹਾਂ, ਕਿਉਂਕਿ ਇਸ ਨੇ ਮੈਨੂੰ ਵੱਡਾ ਜਾਣ ਕੇ ਹੀ ਪਰਦਾ ਕੀਤਾ ਹੈ।
ਸੋ ਸੱਚਮੁੱਚ ਹੀ ਮੈਨੂੰ ਆਪਣੀ ਨਿਗਾਹ ਨੀਵੀਂ ਰੱਖਣੀ ਚਾਹੀਦੀ ਹੈ, ਕਿਉਂਕਿ ਪੁਰਾਣੇ ਸਮੇਂ ਵਿੱਚ ਬੀਬੀਆਂ ਜਦੋਂ ਕੋਈ ਬਜ਼ੁਰਗ ਜਾਂ ਆਪ ਤੋਂ ਵੱਡਾ ਕੋਈ ਵੀ ਮਿਲਦਾ ਸੀ ਤਾਂ ਘੁੰਡ ਕੱਢ ਲੈਂਦੀਆਂ ਸਨ, ਭਾਵ ਆਪਣੇ ਮੂੰਹ 'ਤੇ ਕੱਪੜਾ ਲੈ ਲੈਂਦੀਆਂ ਸਨ। ਅਗਲੇ ਦਿਨ ਜਦੋਂ ਮੈਂ ਖੇਤਾਂ ਵੱਲ ਕਿਸੇ ਕੰਮ ਨੂੰ ਗਿਆ ਤਾਂ ਸਾਡੇ ਪਿੰਡ ਦੇ ਇੱਕ ਬਜ਼ੁਰਗ ਜੋ ਬੜੇ ਭਲੇ ਪੁਰਸ਼ ਸਨ, ਉਹਨਾਂ ਨੇ ਮੈਨੂੰ ਆਵਾਜ਼ ਮਾਰੀ। ਕੋਲ ਸੱਦ ਕੇ ਕਹਿਣ ਲੱਗੇ, ਹਰਨਾਮ ਸਿੰਘ, ਮੈਂ ਤੈਨੂੰ ਇੱਕ ਸਿੱਖਿਆ ਦੀ ਗੱਲ ਕਹਿਣੀ ਹੈ, ਗੁੱਸਾ ਨਾ ਕਰੀ। ਮੈਂ ਬੜੀ ਨਿਮਰਤਾ ਨਾਲ ਕਿਹਾ, ਬਾਪੂ ਜੀ ਸਦਕੇ ਕਹੋ, ਤੁਸੀਂ ਮੇਰੇ ਭਲੇ ਦੀ ਹੀ ਗੱਲ ਕਰੋਗੇ। ਬਜ਼ੁਰਗਾਂ ਨੇ ਕਿਹਾ ਕਿ ਜਵਾਨੀ ਇੱਕ ਹੜ੍ਹ ਦੀ ਤਰ੍ਹਾਂ ਹੁੰਦੀ ਹੈ। ਜਿਸ ਤਰ੍ਹਾਂ ਹੜ੍ਹ ਦੇ ਪਾਣੀ ਵਿੱਚ ਜੇ ਇੱਕ ਵਾਰ ਮਨੁੱਖ ਦੇ ਪੈਰ ਚੱਕ ਹੋ ਜਾਣ, ਮੁੜ ਕਿਤੇ ਭਾਗਾਂ ਨਾਲ ਹੀ ਬਚਾਓ ਹੁੰਦਾ ਹੈ। ਤੁਸੀਂ ਜਵਾਨੀ ਦੀ ਅਵਸਥਾ ਵਿੱਚ ਬਹੁਤ ਧਾਰਮਿਕ ਰੁਚੀਆਂ ਵਾਲੇ ਹੋ। ਚੰਗੀ ਤਰ੍ਹਾਂ ਖਿਆਲ ਰੱਖਣਾ, ਕਿਸੇ ਵੱਲ ਉੱਚੀ ਅਤੇ ਮੰਦ ਨਿਗਾਹ ਨਾਲ ਨਹੀਂ ਵੇਖਣਾ। ਬਸ ਇਹ ਹੀ ਵਿਕਾਰਾਂ ਤੋਂ ਬਚਣ ਦਾ ਸਾਧਨ ਹੈ। ਬਜ਼ੁਰਗਾਂ ਦੀ ਇਸ ਗੱਲ ਨੇ ਸੋਨੇ ਉੱਪਰ ਸੁਹਾਗੇ ਦਾ ਕੰਮ ਕੀਤਾ। ਮਨ ਵਿੱਚ ਐਸੀ ਦ੍ਰਿੜਤਾ ਬਣੀ ਕਿ ਆਪ ਜੀ ਤਕਰੀਬਨ 34 ਸਾਲ ਘਰ ਵਿੱਚ ਹੀ ਰਹੇ ਤੇ ਨਗਰ ਵਿੱਚ ਵੀ ਕਿਸੇ ਬੀਬੀ ਵੱਲ ਉੱਚੀ ਅਤੇ ਮੰਦ ਨਿਗਾਹ ਨਾਲ ਨਹੀਂ ਵੇਖਿਆ। ਆਪ ਜੀ ਹਮੇਸ਼ਾ ਘਰ ਅਤੇ ਬਾਹਰ ਨੀਵੀਂ ਦ੍ਰਿਸ਼ਟੀ ਨਾਲ ਹੀ ਵਿਚਰਦੇ ਸਨ, ਜਿਸ ਸਦਕਾ ਆਪ ਜੀ ਦੀ ਬਿਰਤੀ ਵਿੱਚ ਕਦੇ ਵੀ ਮੰਦ ਵਾਸ਼ਨਾ ਉਤਪੰਨ ਨਹੀਂ ਹੋ ਸਕੀ। ਸਿਵਾਏ ਆਪਣੇ ਮਾਤਾ ਜੀ ਤੋਂ ਹੋਰ ਕਿਸੇ ਵੀ ਬੀਬੀ ਨਾਲ ਕੋਈ ਵੀ ਵਿਸ਼ੇਸ਼ ਗੱਲਬਾਤ ਨਹੀਂ ਕਰਦੇ ਸੀ। ਆਪ ਜੀ ਨੇ ਬਾਬਾ ਨਾਮਦੇਵ ਜੀ ਦੇ ਬਾਕ 'ਤੇ ਪੂਰੀ ਸਫਲਤਾ ਕੀਤੀ। ਪਰ ਧਨ ਪਰ ਦਾਰਾ ਪਰ ਹਰੀ, ਤਾਂ ਕਿ ਨਿਕਟ ਬਸੇ ਨਰ ਹਰੀ ਜੀਵਨ ਦਾ ਆਧਾਰ ਬਣਾਇਆ, ਜਿਸ ਕਰਕੇ ਆਪ ਜੀ ਨੂੰ ਆਤਮਿਕ ਪ੍ਰਾਪਤੀਆਂ ਕਰਨ ਵਿੱਚ ਕੋਈ ਵੀ ਕਠਿਨਾਈ ਨਹੀਂ ਹੋਈ, ਕਿਉਂਕਿ ਆਪ ਜੀ ਦਾ ਵਿਸ਼ਵਾਸ ਸੀ ਕਿ ਮਨ ਨੂੰ ਬਾਹਰਮੁਖੀ ਕਰਨ ਵਿੱਚ ਅੱਖਾਂ ਦਾ ਬਹੁਤ ਵੱਡਾ ਹਿੱਸਾ ਹੈ। ਮਨੁੱਖ ਅੱਖਾਂ ਨਾਲ ਜੋ ਕੁਝ ਵੇਖਦਾ ਹੈ ਦਿਨੇ, ਉਸ ਵੇਖੇ ਹੋਏ ਨੂੰ ਪ੍ਰਭਾਵ ਮਨ ਉੱਤੇ ਪੈਂਦਾ ਹੈ। ਮਨ ਉਸ ਪ੍ਰਭਾਵ ਨੂੰ ਕਬੂਲ ਕੇ ਮੁੜ ਦਿਨੇ ਵੇਖੇ ਹੋਏ ਪਦਾਰਥਾਂ ਵੱਲ ਦੌੜਦਾ ਹੈ। ਜਿਨ੍ਹਾਂ ਦੀ ਆਪਾਂ ਬਾਹਰਮੁਖੀ ਦ੍ਰਿਸ਼ਟੀ ਨੂੰ ਸੰਕੋਚ ਲਵਾਂਗੇ, ਮਨ ਦੇ ਟਿਕਾਓ ਵਿੱਚ ਉਨੀ ਹੀ ਸੌਖ ਹੋਵੇਗੀ। ਜਿੰਨੀਆਂ ਵੀ ਆਤਮਿਕ ਪ੍ਰਾਪਤੀਆਂ ਹਨ, ਉਹ ਸਭ ਮਨ ਦੇ ਥਿਰ ਹੋਣ ਉਪਰੰਤ ਹੀ ਹੋਣੀਆਂ ਹਨ। ਮਨ ਨੂੰ ਥਿਰ ਕਰਨ ਲਈ ਦ੍ਰਿਸ਼ਟੀ ਨੂੰ ਅਤਿ ਸੰਕੋਚ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਬਾਬਾ ਜੀ ਦੀ ਇਸ ਜੀਵਨੀ ਤੋਂ, ਇਸ ਭਾਗ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਬੰਦੇ ਨੂੰ ਆਪਣੇ ਮਨ ਦੇ ਟਿਕਾਓ ਲਈ ਆਪਣੀਆਂ ਅੱਖਾਂ ਨੂੰ ਸੰਕੋਚਣਾ ਚਾਹੀਦਾ ਹੈ। ਜਿਸ ਤਰ੍ਹਾਂ ਅੱਜ ਕੱਲ੍ਹ ਕਲਯੁਗ ਦੇ ਸਮੇਂ ਵਿੱਚ ਬਹੁਤ ਭੈੜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਜੇ ਉਹਨਾਂ ਪਾਪੀਆਂ ਦੇ ਮਨ ਵਿੱਚ ਵੀ ਜਾਂ ਦਿਮਾਗ ਵਿੱਚ ਮਹਾਰਾਜ ਦੀ ਬਾਣੀ ਦਾ ਪ੍ਰਭਾਵ ਹੋਵੇ ਤਾਂ ਇਹ ਮਨ ਦੀਆਂ ਇਹੋ ਜਿਹੀਆਂ ਬੁਰੀਆਂ ਭਾਵਨਾਵਾਂ ਕਦੀ ਉਤਪੰਨ ਨਹੀਂ ਹੋ ਸਕਦੀਆਂ ਤੇ ਚੰਗੇ ਵਿਚਾਰ ਹੀ ਆਉਣਗੇ, ਕਿਉਂਕਿ ਜੋ ਅਸੀਂ ਚੰਗਾ ਦੇਖਾਂਗੇ ਉਹੀ ਅਸੀਂ ਚੰਗਾ ਕਰਾਂਗੇ, ਬੁਰਾ ਦੇਖਾਂਗੇ ਤਾਂ ਬੁਰਾ ਹੀ ਕਰਾਂਗੇ। ਇਸ ਕਰਕੇ ਗੁਰਸਿੱਖਾਂ ਦੀ ਜੀਵਨੀ ਪੜ੍ਹਨੀ ਸੁਣਨੀ ਬਹੁਤ ਹੀ ਲਾਭਦਾਇਕ ਹੁੰਦੀ ਹੈ। ਸਾਨੂੰ ਬਹੁਤ ਹੀ ਬਣਮੁੱਲੇ ਅਣਮੁੱਲੇ, ਜਿਨ੍ਹਾਂ ਦਾ ਕੋਈ ਵੀ ਮੁੱਲ ਨਹੀਂ, ਉਹ ਵਿਚਾਰ ਸਾਨੂੰ ਆਪਣੀ ਜ਼ਿੰਦਗੀ ਵਿੱਚ ਗ੍ਰਹਿਣ ਕਰਨੇ ਚਾਹੀਦੇ ਹਨ। ਅੱਗੇ ਅਸੀਂ ਇਸੇ ਤਰ੍ਹਾਂ ਹੀ ਜੁੜੇ ਰਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।